ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਕਈ ਥਾਵਾਂ ਤੇ ਮੀਂਹ ਪਿਆ, ਜਿਹਦੇ ਕਰਕੇ ਮੌਸਮ ਠੀਕ ਹੋ ਗਿਆ। ਆਮ ਤੌਰ ਦੇ ਉੱਤੇ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਅੰਦਰ ਮੌਨਸੂਨ ਪੌਣਾ ਆਉਂਦੀਆਂ, ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਐਤਕੀ 13 ਤੋਂ ਲੈ ਕੇ 15 ਦਿਨ ਪਹਿਲਾਂ ਪੰਜਾਬ ਦੇ ਵਿੱਚ ਮੌਨਸੂਨ ਪੌਣਾ ਪਹੁੰਚ ਗਈਆਂ, ਜਿਹਦੇ ਕਰਕੇ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਮੀਂਹ ਪੈਂਦਾ ਰਹਿਣਾ ਰੁਕ ਰੁਕ ਕੇ। 16 ਤੇ 17 ਤਰੀਕ ਨੂੰ ਪੰਜਾਬ ਦੇ ਵਿੱਚ ਭਰਵੇਂ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਯਾਨੀ ਕਿ ਅਸੀਂ ਕੁਝ ਦਿਨ ਪਹਿਲਾਂ ਤੱਕ ਇਹ ਗੱਲ ਕਹਿੰਦੇ ਸੀ ਕਿ 43 44 ਡਿਗਰੀ ਤੱਕ ਤਾਪਮਾਨ ਹੋ ਗਿਆ, ਇਹ 6 ਤੋਂ ਲੈ ਕੇ 8 ਡਿਗਰੀ ਤੱਕ ਹੁਣ ਥੱਲੇ ਆ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੋ ਕੇ 16 17 ਤਰੀਕ ਨੂੰ ਮੀਂਹ ਪੈਣਾ, ਇਹ ਵਕਤ ਬਿਆਨ ਕਰੂਗਾ। ਪਰ ਪੂਰੇ ਉੱਤਰੀ ਭਾਰਤ ਨੂੰ ਕਵਰ ਕਰ ਲਿਆ ਮੌਨਸੂਨ ਪੌਣਾ ਨੇ, ਇਹ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਉਹਦੇ ਵੱਲ ਜਾਣ ਤੋਂ ਪਹਿਲਾਂ ਆਗਰੇ ਦੇ ਇੱਕ ਪਿੰਡ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੱਟੇ ਗਏ ਬੋਰਵੈਲਾਂ ਦੇ ਕਰਕੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਜਿਹੜੇ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਆ। ਅਸੀਂ ਵੀ ਪੰਜਾਬ ਦੇ ਲੋਕਾਂ ਨੇ ਸੰਤਾਪ ਹੰਢਾਇਆ ਫਤਿਹਵੀਰ ਦੇ ਮਾਮਲੇ ਦੇ ਵਿੱਚ, ਕਿਉਂਕਿ ਬਚਾਉਣ ਦੀ ਉਸ ਬੱਚੇ ਨੂੰ ਬਹੁਤ ਕੋਸ਼ਿਸ਼ ਕੀਤੀ ਗਈ ਪਰ ਨਹੀਂ ਬਚਾਇਆ ਜਾ ਸਕਿਆ। ਅੱਜ ਤੱਕ ਉਹਦੇ ਪਰਿਵਾਰ ਨੂੰ ਤਾਂ ਚੀਸ ਹੈ ਹੀ, ਇਹ ਸਾਰੇ ਪੰਜਾਬ ਦੇ ਅੰਦਰ ਹੀ ਚੀਸ ਆ ਵੀ ਉਸ ਬੱਚੇ ਨੂੰ ਬਚਾਉਣ ਦੇ ਲਈ ਇੰਨੀ ਮਿਹਨਤ ਕੀਤੀ ਗਈ, ਟੀਮਾਂ ਵੀ ਲੱਗੀਆਂ, ਪਰ ਬੱਚੇ ਨੂੰ ਬਚਾਇਆ ਨਹੀਂ ਸੀ ਜਾ ਸਕਿਆ। ਬਿਲਕੁਲ ਉਸੇ ਤਰੀਕੇ ਦੇ ਨਾਲ ਬੋਰਵੈਲ ਦੇ ਵਿੱਚ ਆਗਰੇ ਦੇ ਇੱਕ ਪਿੰਡ ਦਾ ਬੱਚਾ ਡਿੱਗਿਆ 150 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਲੰਘੇ ਕੱਲ ਸਵੇਰ ਦੇ ਵੇਲੇ, ਤੇ 3 ਸਾਲ ਦਾ ਉਹ ਬੱਚਾ, ਬਾਪ ਨੇ ਇਹ ਬੋਰਵੈਲ ਪਟਵਾਇਆ ਸੀਗਾ ਤੇ ਉਹਦੇ ਵਿੱਚ ਬੱਚਾ ਖੇਡਦਾ ਖੇਡਦਾ ਡਿੱਗ ਪਿਆ। ਪਰ ਤਸੱਲੀ ਦੀ ਗੱਲ ਇਹ ਹੈ, ਜਿਹਨੂੰ ਅਸੀਂ ਗੱਲ ਕਹੀਏ ਵੀ ਖੁਸ਼ੀ ਦੀ ਗੱਲ ਵੀ ਕਹਿ ਸਕਦੇ ਹਾਂ, ਕਿ ਉਸ ਬੱਚੇ ਦੀ ਜ਼ਿੰਦਗੀ ਬਚ ਗਈ ਹੈ। ਉਸ ਬੱਚੇ ਨੂੰ 11-12 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਉਹਦੇ ਬਰਾਬਰ JCB ਦੇ ਨਾਲ ਇੱਕ ਟੋਆ ਪੱਟਿਆ ਗਿਆ, ਬਾਅਦ ਦੇ ਵਿੱਚ ਹੋਰ ਕਈ ਪ੍ਰਬੰਧ ਕੀਤੇ ਗਏ। ਉਸ ਬੱਚੇ ਨੂੰ ਇਸ ਵਕਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦੀ ਜ਼ਿੰਦਗੀ ਬਚ ਗਈ ਆ, ਮਾਪੇ ਇਸ ਵਕਤ ਸੰਤੁਸ਼ਟ ਹੈਗੇ ਆ। ਤੇ ਇਹੋ ਜੀ ਖਬਰ ਕਿਤੋਂ ਨਾ ਹੀ ਆਵੇ ਕਿ ਬੱਚਾ ਡਿੱਗ ਪਿਆ ਬੋਰਵੈਲ ਦੇ ਵਿੱਚ, ਇਸ ਕਰਕੇ ਅਸੀਂ ਬੋਰਵੈਲ ਢੱਕ ਕੇ ਵੀ ਰੱਖੀਏ। ਤੇ ਦੂਜੀ ਗੱਲ ਇਹ ਆ ਕਿ ਆਪਦੇ ਬੱਚਿਆਂ ਨੂੰ ਉਧਰ ਨਾ ਖੇਡਣ ਜਾਣ ਦੇਗੇ। ਤੇ ਤੀਜੀ ਗੱਲ ਇਹ ਆ ਕਿ ਬੱਚਿਆਂ ਦੇ ਉੱਤੇ ਨਿਗਾਹ ਵੀ ਰੱਖੀਏ, ਕਿਉਂਕਿ ਉਹ ਤਾਂ ਨਿਆਣੇ ਆ, ਪਤਾ ਨਹੀਂ ਕਿਹੜੇ ਵੇਲੇ ਕਿਹੜੇ ਪਾਸੇ ਨੂੰ ਹੱਥ ਪਾ ਲੈਣ, ਕਿਹੜੇ ਵੇਲੇ ਕਿੱਧਰਲੇ ਪਾਸੇ ਨੂੰ ਤੁਰ ਪੈਣ। ਨੁਕਸਾਨ ਸਾਡਾ ਆਪਣਾ, ਨੁਕਸਾਨ ਸਾਡੇ ਆਪਣੇ ਟੱਬਰ ਦਾ। ਬਾਅਦ ਦੇ ਵਿੱਚ ਅਸੀਂ ਕਈਆਂ ਦੇ ਉੱਤੇ ਦੋਸ਼ ਮੜਦੇ ਹਾਂ, ਪਰ ਜੇਕਰ ਇੱਦਾਂ ਦੀਆਂ ਖਬਰਾਂ ਨਾ ਹੀ ਆਉਣ ਕਿ ਬੱਚਿਆਂ ਦੀ ਜ਼ਿੰਦਗੀ ਜ਼ੋਖਮ ਦੇ ਵਿੱਚ ਪੈ ਗਈ, ਤਾਂ ਇਹਦੇ ਨਾਲੋਂ ਚੰਗੀ ਗੱਲ ਕੋਈ ਹੋਰ ਨਹੀਂ ਹੋਣੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਉਹਦੇ ਵਿੱਚ ਅਨਿਲ ਜੋਸ਼ੀ ਦਾ ਬਿਆਨ ਸਾਂਝਾ ਕਰਨਾ ਬਣਦਾ। ਅਨਿਲ ਜੋਸ਼ੀ ਨੇ ਲੰਘੇ ਕੱਲ ਅਸ਼ਵਨੀ ਸ਼ਰਮਾ ਜਿਹੜੇ ਕਿ BJP ਦੇ ਪ੍ਰਧਾਨ ਆ, ਉਹਨਾਂ ਦੇ ਵੱਲੋਂ ਕੀਤੇ ਗਏ ਸ਼ਬਦਕ ਵਾਰ ਦਾ ਉੱਤਰ ਦਿੱਤਾ। ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹੀ ਸੀ ਕਿ ਜੇਕਰ ਅਨਿਲ ਜੋਸ਼ੀ ਨੂੰ ਪਾਰਟੀ ਦੇ ਪ੍ਰਤੀ ਕੋਈ ਨਾਰਾਜ਼ਗੀ ਹੈ ਤਾਂ ਉਹ ਪਾਰਟੀ ਦੇ ਮੰਚ ਦੇ ਉੱਤੇ ਨਾਰਾਜ਼ਗੀ ਜ਼ਾਹਰ ਕਰਨ, ਨਾ ਕਿ ਮੀਡੀਆ ਦੇ ਵਿੱਚ ਜਾ ਕੇ ਗੱਲ ਕਹਿਣ ਕਿ ਭਾਈ ਭਾਜਪਾ ਦੇ ਵੱਲੋਂ ਕਿਉਂ ਨਹੀਂ ਅਸਰ ਕੀਤਾ ਜਾ ਰਿਹਾ, ਕਿਸਾਨਾਂ ਦੇ ਕਾਨੂੰਨ ਦੇ ਬਾਬਤ ਕਿਉਂ ਨਹੀਂ ਸੋਚਿਆ ਜਾ ਰਿਹਾ, ਕਿਹੜੀ ਗੱਲੋਂ ਭਾਜਪਾ ਇਸ ਕਾਨੂੰਨ ਦੇ ਪ੍ਰਤੀ ਹਾਲੇ ਤੱਕ ਕੁਝ ਸੋਚਦੀ ਨਹੀਂ ਗੀ, ਕਿਸਾਨਾਂ ਦੇ ਅਸੀਂ ਹੱਕ ਦੇ ਵਿੱਚ ਆ। ਇਹ ਗੱਲਾਂ ਜਿਹੜੀਆਂ ਪਾਰਟੀ ਦੇ ਮੰਚ ਦੇ ਉੱਤੇ ਕਰਨੀਆਂ ਚਾਹੀਦੀਆਂ, ਨਾ ਕਿ ਮੀਡੀਆ ਦੇ ਵਿੱਚ ਜਾ ਕੇ। ਤੇ ਅਨਿਲ ਜੋਸ਼ੀ ਨੇ ਬੜੀ ਵਧੀਆ ਗੱਲ ਕਹੀ ਹੈ, ਤੇ ਉਸ ਗੱਲ ਦੇ ਵੱਲ ਤੁਸੀਂ ਵੀ ਗੌਰ ਕਰਿਓ। ਉਹ ਕਹਿੰਦੇ ਦੇਖੋ ਜੀ ਕਿ ਮੈਂ ਜਿਹੜੀ ਗੱਲ ਕਹੀ ਹੈ ਇਹ ਪਾਰਟੀ ਨੂੰ ਕੋਈ ਤੋੜਨ ਵਾਲੀ ਨਹੀਂ ਕਹੀ, ਮੈਂ ਤਾਂ ਪਾਰਟੀ ਦੀ ਸਮੱਸਿਆ ਦੀ ਗੱਲ ਕੀਤੀ। ਤੇ ਸਮੱਸਿਆ ਇਸ ਵਕਤ ਕੁੱਲ ਦੁਨੀਆ ਦੇਖ ਰਹੀ ਹੈ, ਪੰਜਾਬ ਦੇ ਵਿੱਚ ਵੀ ਤੇ ਸਮੁੱਚੀ ਭਾਜਪਾ ਦੇ ਅੰਦਰ ਵੀ। ਆਪਾਂ ਇਸ ਸਮੱਸਿਆ ਨੂੰ ਖਤਮ ਕਰਨਾ। ਜੇ ਕਿਸਾਨ ਇਹ ਗੱਲ ਕਹਿੰਦੇ ਵੀ ਕਾਲੇ ਕਾਨੂੰਨ ਆ, ਇਸ ਮਸਲੇ ਦੇ ਉੱਤੇ ਮਿਲ ਬੈਠ ਕੇ ਵਿਚਾਰ ਹੋਣਾ ਚਾਹੀਦਾ, ਸੰਤੁਸ਼ਟੀਜਨਕ ਤਰੀਕੇ ਦੇ ਨਾਲ ਹੱਲ ਕੱਢਣਾ ਚਾਹੀਦਾ। ਉਹ ਕਹਿੰਦੇ ਵੀ ਕੋਈ ਵੀ ਮਸਲਾ ਉਹ ਗੱਲਬਾਤ ਤੋਂ ਬਿਨਾਂ ਹੱਲ ਨਹੀਂ ਹੁੰਦਾ, ਤੇ ਇਸ ਵਕਤ ਗੱਲ ਹੀ ਕੀਤੀ ਨਹੀਂ ਜਾ ਰਹੀ। ਤੇ ਗੱਲ ਆਪਾਂ ਜਦੋਂ ਕਰਾਂਗੇ ਤੇ ਮਸਲਾ ਤਾਂ ਹੱਲ ਹੋਊਗਾ। ਮੈਂ ਕੋਈ ਭਾਜਪਾ ਦੇ ਖਿਲਾਫ ਨਹੀਂ ਬੋਲਿਆ। ਦੂਜੀ ਗੱਲ ਦੇ ਵੱਲ ਗੌਰ ਕਰਿਓ, ਉਹ ਕਹਿੰਦੇ ਵੀ ਨਾ ਤਾਂ ਜਿਆਣੀ ਹੋਰੀ ਯਾਨੀ ਕਿ ਸੁਰਜੀਤ ਜਿਆਣੀ ਹੋਰੀ ਤੇ ਨਾ ਹੀ ਹਰਜੀਤ ਗਰੇਵਾਲ, ਇਹ ਦੋਵੇਂ ਜਾਣੇ ਕਿਸਾਨਾਂ ਦੇ ਨਾਲ ਕਿਸੇ ਵੀ ਮੀਟਿੰਗ ਦੇ ਵਿੱਚ ਨਹੀਂ ਸੀ ਬੈਠੇ। ਸੋ ਇਹਨਾਂ ਦੇ ਵੱਲੋਂ ਕਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਇਹਨਾਂ ਨੂੰ ਤਾਂ ਇਸ ਵਕਤ ਇਸ ਮਸਲੇ ਦੇ ਉੱਤੇ ਬਹੁਤਾ ਬੋਲਣਾ ਨਹੀਂ ਚਾਹੀਦਾ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਹਰਜੀਤ ਗਰੇਵਾਲ ਨੂੰ ਤਾਂ ਬਿਲਕੁਲ ਹੀ ਨਹੀਂ ਬੋਲਣਾ ਚਾਹੀਦਾ ਕਿਸਾਨੀ ਮਸਲੇ ਦੇ ਉੱਤੇ, ਤੇ ਉਹਨਾਂ ਨੂੰ ਆਪਣੀ ਭਾਸ਼ਾ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ। ਕਿਉਂਕਿ ਸਾਡੇ ਵਰਕਰਾਂ ਦੇ ਯਾਨੀ ਕਿ BJP ਦੇ ਪੰਜਾਬ ਦੇ ਵਰਕਰਾਂ ਦੇ ਜਿੰਨੀ ਕੁੱਟ ਪਈ ਹੈ, ਉਹਦਾ 78% ਕਾਰਨ ਜ਼ਿੰਮੇਵਾਰ ਹਰਜੀਤ ਗਰੇਵਾਲ ਆ। ਕਿਉਂਕਿ ਉਹ ਪੁੱਠਾ ਸਿੱਧਾ ਬੋਲ ਦਿੰਦਾ, ਬਾਅਦ ਦੇ ਵਿੱਚ ਗੁੱਸਾ ਚੜ੍ਹਦਾ ਕਿਸਾਨਾਂ ਨੂੰ, ਤੇ ਉਹ ਕਿਸੇ ਨਾ ਕਿਸੇ ਆਗੂ ਨੂੰ ਫੈਂਟ ਦਿੰਦੇ ਆ। ਇਸ ਕਰਕੇ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਉੱਤੇ ਖਿਆਲ ਕਰਨਾ ਚਾਹੀਦਾ, ਤਪਿਆਂ ਨੂੰ ਤਪਾਉਣਾ ਨਹੀਂ ਚਾਹੀਦਾ। ਤੇ ਗੱਲ ਬਿਲਕੁਲ ਦਰੁਸਤ ਵੀ ਆ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਸਾਰੇ ਕਿਸਾਨ ਆਗੂ ਵੀ ਕਹਿੰਦੇ ਆ, ਇਹ ਬਾਕੀ ਪਾਰਟੀਆਂ ਦੇ ਲੋਕ ਵੀ ਕਹਿੰਦੇ ਆ, ਤੇ ਸੋਸ਼ਲ ਮੀਡੀਆ ਵੀ ਇਹੀ ਗੱਲ ਕਹਿੰਦਾ ਵੀ ਜੇਕਰ ਗਰੇਵਾਲ ਸਾਹਿਬ ਤੇ ਜਿੰਨੇ ਬਾਕੀ ਹੋਰ ਪਾਰਟੀ ਦੇ ਆਗੂ ਆ, ਉਹ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਕਰ ਸਕਦੇ ਤਾਂ ਫਿਰ ਟਿਚਰਾਂ ਕਰਨੀਆਂ ਵੀ ਬੰਦ ਕਰਨ। ਜਦੋਂ ਆ ਕੇ ਸਾਹਮਣੇ ਕਹਿੰਦੇ ਇਹ ਨਹੀਂ ਕਾਨੂੰਨ ਰੱਦ ਹੋਣਗੇ,
ਇਹ ਨਹੀਂ ਬਿਲਕੁਲ ਠੀਕ ਹੈ ਇਹ ਸਾਰਾ ਕੁਝ, ਅਸੀਂ ਤਾਂ ਇਉਂ ਹੀ ਕਰਦੇ ਹੁੰਨੇ ਆ, ਤਾਂ ਫਿਰ ਕਿਸਾਨ ਕਹਿ ਦਿੰਦੇ ਵੀ ਕੋਈ ਗੱਲ ਨਹੀਂ, ਕਦੇ ਤਾਂ ਟੱਕਰੋਗੇ। ਤੇ ਸੋ ਇਸ ਕਰਕੇ ਇਹ ਮਸਲਾ ਵਿਗੜੇ ਨਾ, ਉਹਨਾਂ ਨੇ ਇਹ ਗੱਲ ਕਹੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਪਿਛਲੇ ਦਰਵਾਜ਼ੇ ਥਾਣੀ ਕਿਸਾਨਾਂ ਦੇ ਹੱਕ ਦੇ ਉੱਤੇ ਡਾਕਾ ਮਾਰਨ ਵਾਲੀ। ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਜੇਕਰ ਤੁਸੀਂ ਕਿਸਾਨਾਂ ਨੂੰ ਖੇਤੀ ਦੇ ਉੱਤੇ ਜਿਹੜੀ ਸਬਸਿਡੀ ਦਿੰਦੇ ਬਿਜਲੀ ਦੇ ਉੱਤੇ ਇਹ ਬੰਦ ਕਰ ਦਿੰਦੇ ਆ ਤਾਂ ਫਿਰ ਤੁਹਾਨੂੰ ਵੱਧ ਕਰਜ਼ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਲਗਭਗ 14.5 ਲੱਖ ਟਿਊਬਵੈੱਲ ਆ। ਕਿਸਾਨ ਆ ਜਿਹੜੇ ਪੰਜਾਬ ਦੇ, ਆਪਾਂ ਜਾਣਦੇ ਕਿ ਇਸ ਵਕਤ ਇਸ ਬਿਜਲੀ ਸਬਸਿਡੀ ਦੇ ਸਿਰ ਦੇ ਉੱਤੇ ਕੰਮ ਚਲਾ ਰਹੇ ਆ। 10,600 ਕਰੋੜ ਤੋਂ ਵੱਧ ਰੁਪਏ ਦੀ ਸਬਸਿਡੀ ਹੈ ਜਿਹੜੀ ਉਹਦਾ ਭੁਗਤਾਨ ਸਰਕਾਰ ਨੂੰ ਕਰਨਾ ਪੈਂਦਾ। ਪਰ ਇਹ ਕੋਈ ਕਿਸਾਨਾਂ ਨੇ ਥੋਪੀ ਨਹੀਂ ਗੱਲ, ਇਹ ਤਾਂ ਸਾਡੀਆਂ ਸਰਕਾਰਾਂ, ਸਾਡੀਆਂ ਰਾਜਨੀਤਿਕ ਪਾਰਟੀਆਂ ਖੁਦ ਵਾਅਦਾ ਕਰਦੀਆਂ ਵੀ ਅਸੀਂ ਤੁਹਾਨੂੰ ਮੁਫਤ ਦੇ ਵਿੱਚ ਬਿਜਲੀ ਦੇਵਾਂਗੇ, ਵੋਟਾਂ ਸਾਨੂੰ ਪਾਓ। ਤੇ ਜੇਕਰ ਵੋਟਾਂ ਪਵਾ ਲਈਆਂ ਤਾਂ ਫਿਰ ਤੁਸੀਂ ਫਿਰ ਨਹੀਂ ਸਕਦੇ, ਫਿਰ ਤੁਸੀਂ ਬਦਲ ਨਹੀਂ ਸਕਦੇ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੇਂਦਰ ਸਰਕਾਰ ਨੇ ਖੇਤੀ ਸਬਸਿਡੀ ਦੇ ਖਾਤਮੇ ਲਈ ਹੁਣ ਨਵਾਂ ਤਾਣਾ ਬੁਣਿਆ। ਕੇਂਦਰ ਨੇ ਬਿਜਲੀ ਸੋਧ ਬਿੱਲ 2020 ਦਾ ਮੰਤਵ ਪੂਰਾ ਕਰਨ ਦੇ ਲਈ ਨਵੀਂ ਚਾਲ ਚੱਲੀ ਹੈ ਜੋ ਪੰਜਾਬ ਦੀ ਕਿਸਾਨੀ ਨੂੰ ਵੀ ਲਪੇਟੇ ਦੇ ਵਿੱਚ ਲੈਣ ਵਾਲੀ ਹੈ। ਕੇਂਦਰੀ ਵਿੱਤ ਵਿਭਾਗ ਨੇ ਸੂਬਾ ਸਰਕਾਰਾਂ ਨੂੰ ਕਰੋਨਾ ਦੌਰ ਦੇ ਵਿੱਚ ਵਾਧੂ ਕਰਜ਼ੇ ਦੀ ਪ੍ਰਵਾਨਗੀ ਦਾ ਲਾਲਚ ਦਿੱਤਾ ਹੈ। ਵਿੱਤ ਵਿਭਾਗ ਦੇ ਵੱਲੋਂ 9 ਜੂਨ ਨੂੰ ਜਾਰੀ ਕੀਤੇ ਗਏ ਇਸ ਪੱਤਰ ਮੁਤਾਬਕ ਕੇਂਦਰ ਨੇ ਸੂਬਿਆਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਹ ਕੁੱਲ ਰਾਜ ਘਰੇਲੂ ਉਤਪਾਦ ਦਾ 0.50% ਦੀ ਵਾਧੂ ਕਰਜ਼ ਲੈਣਾ ਚਾਹੁੰਦੇ ਨੇ ਤਾਂ ਬਿਜਲੀ ਸੈਕਟਰ ਦੇ ਵਿੱਚ ਖੇਤੀ ਸਬਸਿਡੀ ਨੂੰ ਖਤਮ ਕਰਨ ਵਰਗੇ ਕਦਮ ਚੁੱਕਣ। ਕੇਂਦਰੀ ਵਿੱਤ ਵਿਭਾਗ ਨੇ 4 ਵਰ੍ਹਿਆਂ ਵਾਸਤੇ ਇਹ ਫਾਰਮੂਲਾ ਘੜਿਆ ਜਿਸ ਤਹਿਤ ਸੂਬਾ ਸਰਕਾਰ ਬਿਜਲੀ ਸੈਕਟਰ ਦੇ ਵਿੱਚ ਖੇਤੀ ਸਬਸਿਡੀ ਖਤਮ ਕਰਕੇ ਕੇਂਦਰ ਸਰਕਾਰ ਤੋਂ ਕੁੱਲ ਰਾਜ ਘਰੇਲੂ ਉਤਪਾਦ ਦਾ ਵਾਧੂ ਕਰਜ਼ਾ ਚੁੱਕਣ ਦੇ ਯੋਗ ਹੋ ਜਾਵੇਗੀ। ਕੇਂਦਰੀ ਸ਼ਰਤਾਂ ਮੰਨਣ ਵਾਲੇ ਸੂਬੇ ਨੂੰ ਵਾਧੂ ਕਰਜ਼ ਦੀ ਪ੍ਰਵਾਨਗੀ ਮਿਲੇਗੀ। ਕੇਂਦਰੀ ਫਾਰਮੂਲੇ ਤਹਿਤ ਹਰ ਮਦ ਦੇ ਨੰਬਰ ਨਿਰਧਾਰਤ ਕੀਤੇ ਗਏ ਨੇ। ਮਿਸਾਲ ਦੇ ਤੌਰ ਤੇ ਖੇਤੀ ਸਬਸਿਡੀ ਨੂੰ ਮੁਕੰਮਲ ਖਤਮ ਕਰਨ ਦੀ ਸੂਰਤ ਦੇ ਵਿੱਚ 20 ਨੰਬਰ ਮਿਲਣਗੇ ਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਸਿੱਧੀ ਅਦਾਇਗੀ ਦੇ ਵੱਖਰੇ ਨੰਬਰ ਰੱਖੇ ਗਏ ਨੇ। ਖੇਤੀ ਮੋਟਰਾਂ ਦੇ ਉੱਤੇ ਮੀਟਰ ਲਾਏ ਜਾਣ ਦੀ ਵੀ ਸ਼ਰਤ ਰੱਖੀ ਗਈ ਹੈ। ਸਮੁੱਚੀ ਬਿਜਲੀ ਸਪਲਾਈ ਨੂੰ ਮੀਟਰਡ ਕੀਤੇ ਜਾਣ ਦੀ ਯੋਜਨਾ ਹੈ। ਪੰਜਾਬ ਸਰਕਾਰ ਨੇ ਇਹਦੇ ਮੁਤਲਕ ਹਾਲੇ ਕੋਈ ਫੈਸਲਾ ਨਹੀਂ ਕੀਤਾ। ਮਾਹਿਰਾਂ ਮੁਤਾਬਕ ਪੰਜਾਬ ਸਰਕਾਰ ਜੇਕਰ ਇਹਨਾਂ ਸ਼ਰਤਾਂ ਨੂੰ ਮੰਨਦੀ ਹੈ ਤਾਂ 3200 ਕਰੋੜ ਰੁਪਏ ਦਾ ਵਾਧੂ ਕਰਜ਼ ਲੈਣ ਦੇ ਯੋਗ ਹੋ ਜਾਵੇਗੀ। ਪੰਜਾਬ ਦੇ ਵਿੱਚ ਇਸ ਵਕਤ 14.5 ਲੱਖ ਦੇ ਕਰੀਬ ਟਿਊਬਵੈੱਲ ਚੱਲਦੇ ਨੇ ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ 10,600 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਦਿੱਤੀ ਜਾਂਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਦੇ ਵੱਲੋਂ ਅੱਕੀ ਪਲਾਹੀ ਹੱਥ ਮਾਰੇ ਜਾ ਰਹੇ ਆ। ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੇਕਰ ਇਉਂ ਨਹੀਂ ਤਾਂ ਕਿਸਾਨ ਦੀ ਬਾਹ ਨੂੰ ਵੱਟ ਇਸ ਤਰੀਕੇ ਨਾਲ ਚਾੜ ਦਈਏ, ਪਰ ਕਿਸਾਨ ਉਹਦਾ ਮੋੜਵਾਂ ਤੇ ਤਰਕ ਸੰਗਤ ਉੱਤਰ ਦਿੰਦੇ ਆ। ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਫੈਸਲੇ ਦੇ ਉੱਤੇ, ਇਸ ਚਿੱਠੀ ਦੇ ਉੱਤੇ ਟਿੱਪਣੀ ਕੀਤੀ ਹੈ। ਉਹ ਕਹਿੰਦੇ ਵੀ ਜਿੰਨੀਆਂ ਮਰਜ਼ੀ ਤੁਸੀਂ ਚਾਲਾਂ ਚੱਲ ਰਹੋ, ਅਸੀਂ ਇੱਥੋਂ ਉੱਠਣ ਵਾਲੇ ਨਹੀਂ। ਜੇ ਤੁਸੀਂ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਅਸੀਂ 117 ਦੀਆਂ 117 ਸੀਟਾਂ ਜਿੱਤਾਂਗੇ ਤਾਂ ਇਹ ਸੋਚੋ ਵੀ ਤੁਸੀਂ 117 ਬੰਦੇ ਲੱਭਣੇ ਕਿੱਥੇ ਆ। ਤੁਹਾਨੂੰ ਤਾਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਬੰਦੇ ਨਹੀਂ ਲੱਭਣਗੇ, ਤੁਸੀਂ ਕਹਿੰਦੇ ਵੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੱਭਾਂਗੇ। ਸੋ ਕਿਸਾਨ ਇਸ ਵਕਤ ਤੱਤੇ ਤੇਵਰਾਂ ਦੇ ਨਾਲ ਕੇਂਦਰ ਦੀ ਸਰਕਾਰ ਨੂੰ ਉੱਤਰ ਦਿੰਦੇ ਆ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਹਾਲੇ ਤੱਕ ਅਸਰ ਕੋਈ ਨਹੀਂ ਹੋਇਆ। 200 ਦਿਨ ਪੂਰੇ ਹੋ ਗਏ, ਲੰਘੇ ਕੱਲ੍ਹ 200 ਦਿਨ। ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਭਾਵੇਂ ਅਸੀਂ ਪੋਹ ਮਾਘ ਦੀਆਂ ਠਾਰੀਆਂ ਦੀ ਗੱਲ ਕਰੀਏ ਤੇ ਭਾਵੇਂ ਮਈ ਜੂਨ ਦੇ ਮਹੀਨੇ ਦੇ ਵਿੱਚ ਤਪਦੇ ਸੂਰਜ ਦੀ ਗੱਲ ਕਰੀਏ, ਕਿਸਾਨਾਂ ਨੇ ਆਪਦੇ ਪਿੰਡੇ ਦੇ ਉੱਤੇ ਬਹੁਤ ਕੁਝ ਹੰਢਾਇਆ। ਉਹਨਾਂ ਦੀਆਂ ਝੁੱਗੀਆਂ ਝੌਪੜੀਆਂ ਉੱਡੀਆਂ ਵੀ ਹੈ, ਕਦੇ ਕਦੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆਈਆਂ ਹੋਣਗੀਆਂ ਖਾਣ ਪੀਣ ਦੀਆਂ। ਉਹਨਾਂ ਨੂੰ ਹੋਰ ਕਈ ਰੋਗਾਂ ਨੇ ਵੀ ਗ੍ਰਸਤ ਹੋਏ ਹੋਣਗੇ, ਪਰ ਉਹ ਡਟੇ ਹੋਏ ਆ। ਇਹਨਾਂ ਡਟੇ ਹੋਏ ਲੋਕਾਂ ਨੂੰ ਸਲਾਮ ਕਰਨੀ ਬਣਦੀ ਆ। ਉਸ ਤੋਂ ਅਗਲੀ ਗੱਲ ਇਹ ਵੀ ਜਿਹੜੀ ਕੇਂਦਰ ਦੀ ਸਰਕਾਰ ਕਿਤਿਤ ਕਰਦੀ ਹੈ ਜੀ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੀ ਸਬਸਿਡੀ ਪਾਈ ਜਾਵੇ। ਜ਼ਰਾ ਸੋਚ ਕੇ ਦੇਖੋ ਵੀ ਜਦੋਂ ਪੰਜਾਬ ਦੇ ਵਿੱਚ ਸਿੱਧੀ ਖਾਤੇ ਦੇ ਵਿੱਚ ਸਿਲੰਡਰ ਦੀ ਸਬਸਿਡੀ ਦਾ ਕੰਮ ਸ਼ੁਰੂ ਹੋਇਆ ਸੀ, ਉਦੋਂ ਆਉਂਦੀ ਸੀਗੀ 300 350 ਸਬਸਿਡੀ। ਪਰ ਅੱਜ ਕੱਲ੍ਹ ਕਿੰਨੀ ਆਉਂਦੀ ਹੈ? ਪਹਿਲੀ ਗੱਲ ਤਾਂ ਕਿਸੇ ਦੇ ਖਾਤੇ ਦੇ ਵਿੱਚ ਅੱਜ ਕੱਲ੍ਹ ਸਿਲੰਡਰ ਦੀ ਸਬਸਿਡੀ ਆਉਂਦੀ ਨਹੀਂ, ਤੇ ਜੇਕਰ ਆਉਂਦੀ ਹੈ ਤਾਂ ਕਦੇ 14 ਰੁਪਏ ਆ ਗਈ, ਕਦੇ 17 ਰੁਪਏ ਆ ਗਈ। ਮੇਰਾ ਇੱਕ ਦੋਸਤ ਆ, ਉਹ ਕਹਿੰਦਾ ਜੀ ਮੈਨੂੰ 21 ਰੁਪਏ ਸਬਸਿਡੀ ਆਈ ਹੈ। ਮੈਂ ਇਹਨੂੰ ਕਿਹਾ ਨਾਲ ਹੁਣ 2 ਗਨਮੈਨ ਰੱਖਿਆ ਕਰ, ਰਕਮ ਕਾਫੀ ਵੱਡੀ ਹੈ ਇਹ, ਕਿਉਂਕਿ ਮੋਦੀ ਸਰਕਾਰ ਮਿਹਰਬਾਨ ਬਹੁਤ ਆਮ ਲੋਕਾਂ ਦੇ ਉੱਤੇ, ਉਹ ਸਬਸਿਡੀ ਖਾਤੇ ਦੇ ਵਿੱਚ ਬਹੁਤ ਗੱਫਿਆਂ ਦੇ ਗੱਫੇ ਪਾਉਂਦੀ ਹੈ। ਇਸ ਕਰਕੇ ਸੋਚਣਾ ਵਿਚਾਰਨਾ ਬਣਦਾ ਵੀ ਜੇਕਰ ਸਾਡੀਆਂ ਮੋਟਰਾਂ ਦੇ ਉੱਤੇ ਮੀਟਰ ਲੱਗ ਜਾਂਦੇ ਆ, ਸਾਨੂੰ ਬਿੱਲ ਆਉਂਦੇ ਆ, ਇਹਨਾਂ ਨੇ ਤਾਂ ਇਹ ਗੱਲ ਕਹਿਣੀ ਵੀ ਹੌਲੀ ਹੌਲੀ ਘਟਾ ਕੇ ਤੁਹਾਡੇ ਖਾਤੇ ਦੇ ਵਿੱਚ 20 ਰੁਪਏ ਪਾ ਦਿੰਦੇ ਆ, 50 ਰੁਪਏ ਪਾ ਦਿੰਦੇ ਆ। ਸੋ ਜਿਹੜੀਆਂ ਪਾਰਟੀਆਂ ਵੋਟਾਂ ਲੈਣ ਦੀ ਖਾਤਰ ਪੰਜਾਬ ਦੇ ਲੋਕਾਂ ਨਾਲ ਜਾਂ ਹੋਰ ਸੂਬੇ ਦੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਵਾਅਦੇ ਕਰਦੀਆਂ, ਉਹ ਵਾਅਦੇ ਪੂਰੇ ਕਰਨ ਤੇ ਜਾਂ ਫਿਰ ਵੋਟਾਂ ਲੈਣ ਤੋਂ ਪਹਿਲਾਂ ਇਸ ਗੱਲ ਦਾ ਵਾਅਦਾ ਨਾ ਕਰਨ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕਿਸਾਨ ਆ ਜਿਹੜੇ ਉਹ ਸਮਝਦੇ ਸਾਰੀਆਂ ਗੱਲਾਂ ਨੂੰ ਆ, ਪਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਜਿਵੇਂ ਠੀਕ ਸਮਝਦੇ ਹੋ ਉਵੇਂ ਕਹੀ ਚੱਲੋ ਤੇ ਅਸੀਂ 2024 ਤੱਕ ਇਸੇ ਥਾਂ ਦੇ ਉੱਤੇ ਬੈਠੇ ਆ। ਬੀਜੇਪੀ ਨੂੰ ਇਸ ਗੱਲ ਦਾ ਇਲਮ ਵੀ ਹੈ ਵੀ ਸਾਡੀ ਸਮੱਸਿਆ ਦੇ ਵਿੱਚ ਚੋਖਾ ਵਾਧਾ ਹੋ ਚੁੱਕਿਆ,
ਪਰ ਉਹ ਫਿਰ ਵੀ ਮੰਨ ਕੇ ਰਾਜ਼ੀ ਨਹੀਂ। ਲੰਘੇ ਕੱਲ ਮਦਨ ਮੋਹਨ ਮਿੱਤਲ ਜਿਹੜੇ ਕਿ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਆ, ਉਹਨਾਂ ਨੇ ਵੱਡੇ ਬਾਦਲ ਸਾਹਿਬ ਦੀਆਂ ਸਿਫਤਾਂ ਦੇ ਪੁਲ ਬੰਨੇ ਆ। ਉਹ ਕਹਿੰਦੇ ਵੀ ਇੰਨਾ ਨਿਮਰ, ਇੰਨਾ ਵਧੀਆ ਧਾਰਮਿਕ ਆਗੂ, ਇੰਨਾ ਮਚਿਓਰ, ਇੰਨਾ ਮੰਝਿਆ ਹੋਇਆ ਸ਼ਖਸ ਪੂਰੀ ਦੁਨੀਆ ਦੇ ਵਿੱਚ ਨਹੀਂ ਆ। ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ। ਤੇ ਜੇਕਰ ਕਿਸਾਨ ਚਾਹਣ ਤਾਂ ਮੈਂ ਵਿਚਾਲੇ ਪੁਲ ਦਾ ਕੰਮ ਕਰ ਸਕਦਾ, ਮੈਂ ਮੀਟਿੰਗ ਫਿਕਸ ਕਰਵਾ ਸਕਦਾ। ਕਿਸਾਨ ਜੇਕਰ ਆਖਣ, ਤੇ ਕਿਸਾਨ ਹੁਣ ਤੱਕ ਇੱਕ ਵਾਰ ਨਹੀਂ ਮਿੱਤਲ ਸਾਹਿਬ, ਉਹ ਲਗਾਤਾਰ ਸੈਂਕੜੇ ਵਾਰ ਕਹਿ ਚੁੱਕੇ ਆ ਵੀ ਕੱਲ੍ਹ ਨੂੰ ਮੀਟਿੰਗ ਕਰਾਓ। ਹਰਿਆਣੇ ਦੇ ਵਿੱਚ ਕਿਸਾਨ ਆ ਜਿਹੜੇ ਉਹ ਬਹੁਤ ਅਗਰੈਸਿਵ, ਬਹੁਤ ਹੀ ਇਸ ਵਕਤ ਤਪੇ ਮਾਹੌਲ ਦੇ ਵਿੱਚ ਅੱਗੇ ਤੋਂ ਅੱਗੇ ਵਧ ਰਹੇ ਆ, ਕਿਉਂਕਿ ਉਹਨਾਂ ਨੂੰ ਸਤਾਇਆ ਬਹੁਤ ਹੈ। ਮੈਂ ਇਹ ਨਹੀਂ ਗੱਲ ਕਹਿੰਦਾ ਵੀ ਕਿਸਾਨ ਹਿੰਸਕ ਹੋਣ, ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਜੇਕਰ ਵਿਰੋਧ ਪ੍ਰਦਰਸ਼ਨ ਕਰਦੇ ਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਹਰਿਆਣੇ ਦੇ ਕਿਸਾਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੁਝ ਕੁ ਲੋਕ ਝੰਡੀ ਲੈ ਕੇ ਇਉਂ ਨੂੰ ਤੁਰ ਪੈਂਦੇ ਆ, ਕੁਛ ਕੁ ਝੰਡੀ ਲੈ ਕੇ ਇਉਂ ਨੂੰ ਤੁਰ ਪੈਂਦੇ ਆ। ਉਹ ਪਤਾ ਨਹੀਂ ਇਹਨਾਂ ਝੰਡੀਆਂ ਦੇ ਵਿੱਚੋਂ ਕੀ ਖੱਟੀ ਉਹਨਾਂ ਨੇ, ਜਿਹਦੇ ਕਰਕੇ ਉਹ ਅੱਜ ਤੱਕ ਇਸ ਗੱਲ ਨੂੰ ਸਮਝ ਨਹੀਂ ਸਕੇ ਤੇ ਸ਼ਾਇਦ ਕਦੇ ਸਮਝਣ ਵੀ ਨਾ ਕਿ ਭਾਈ ਸਾਡੇ ਆਪਣੇ ਭੈਣਾਂ ਵੀਰ ਬਾਰਡਰਾਂ ਦੇ ਉੱਤੇ ਬੈਠੇ ਆ। ਜੇਕਰ ਅਸੀਂ ਇਹਨਾਂ ਝੰਡੀਆਂ ਨੂੰ ਇਹਦਾ ਨਾਂ ਚੱਕਿਆ ਹੁੰਦਾ, ਅੱਜ ਨੂੰ ਸ਼ਾਇਦ ਇਹ ਹਾਲਾਤ ਨਾ ਪੈਦਾ ਹੁੰਦੇ ਵੀ ਬਾਰਡਰਾਂ ਦੇ ਉੱਤੇ ਸਾਡੇ ਭੈਣਾਂ ਵੀਰ ਦਮ ਤੋੜਦੇ। ਪਰ ਹਰ ਬੰਦਾ ਆਪਣੀ ਥਾਂ ਦੇ ਉੱਤੇ ਸਵਾਰਥੀ ਨਹੀਂ ਵੀ, ਤੇ ਬਹੁਤ ਸਾਰੇ ਲੋਕ ਸਵਾਰਥੀ ਵੀ ਹੈ। ਇਸ ਕਰਕੇ ਸਵਾਰਥ ਕੇ ਸਾਡਾ ਥਾਣੇ 'ਚੋਂ ਬੰਦਾ ਛੁੱਟ ਜਾਂਦਾ ਹੁੰਦਾ, ਸਾਨੂੰ ਆਹ ਕੰਮ ਪੈ ਜਾਂਦਾ, ਫਲਾਣੇ ਬੰਦੇ ਨੂੰ ਫੋਨ ਕਰਵਾ ਕੇ ਐਂ ਕਰ ਲਾਂਗੇ। ਉਹਨਾਂ ਚੱਕਰਾਂ ਦੇ ਵਿੱਚ ਉਲਝੇ ਹੋਏ ਪਤਾ ਨਹੀਂ ਕੀ ਫੈਸਲੇ ਲੈਂਦੇ ਰਹਿੰਦੇ ਆ। ਪਰ ਹਰਿਆਣੇ ਦੇ ਵਿੱਚ ਆਪਾਂ ਜਾਣਦੇ ਕਿਸਾਨ ਇਕਜੁੱਟ ਵੀ ਹੈ। ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਜੋ ਵਿਦਵਾਨ ਆ ਉਹ ਇਹ ਵੀ ਗੱਲ ਕਹਿਣ ਕਿ ਚੜੂਨੀ ਵਿਕਿਆ ਹੈ, ਯੋਗੇਂਦਰ ਯਾਦਵ ਵੀ ਵਿਕ ਚੁੱਕਿਆ ਹੈ, ਪੰਜਾਬ ਦੇ ਵਿੱਚ ਕਿਸਾਨ ਆਗੂ ਵਿਕੇ ਹੋਏ ਹਨ, ਇਹ ਬੀਜੇਪੀ ਨੇ ਖਰੀਦ ਲਏ ਹਨ, ਚੜੂਨੀ ਵੀ ਕਾਮਰੇਡ ਹੈ, ਫਲਾਣਾ ਹੈ, ਢਿੰਗੜਾ ਹੈ। ਇਹੋ ਜਿਹੇ ਰਾਗ ਅਲਾਪਣ ਵਾਲੇ ਥੋੜ੍ਹੇ ਨਹੀਂ, ਬਹੁਤ ਸਾਰੇ ਆ, ਪਰ ਉਹਨਾਂ ਦਾ ਆਪਦਾ ਕੋਈ ਯੋਗਦਾਨ ਨਹੀਂ। ਦੁੱਖ ਇਸ ਗੱਲ ਦਾ, ਮੈਂ ਇਸ ਗੱਲ ਉੱਤੇ ਕਦੇ ਕਦੇ ਮਹਿਸੂਸ ਕਰਦਾ। ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਇਹ ਗੱਲ ਕਹੀ। ਉਹ ਕਹਿੰਦੇ ਵੀ ਦੇਖੋ ਅਸੀਂ ਤਾਂ ਡਟੇ ਬੈਠੇ ਹਾਂ, ਅਸੀਂ 2 ਸਾਲ ਹੋਰ ਬੈਠੇ ਰਵਾਂਗੇ, ਤੁਸੀਂ ਆ ਕੇ ਬਹਿ ਜਾਓ ਜੇਕਰ ਤੁਹਾਨੂੰ ਇਹ ਲੱਗਦਾ ਵੀ ਅਸੀਂ ਕੰਮ ਸਹੀ ਨਹੀਂ ਕਰਦੇ। ਆਪਾਂ ਜਾਂਦੇ ਨਹੀਂ, ਜਿਹੜਾ ਗਿਆ ਹੋਇਆ ਉਹਦੇ ਵਿੱਚ ਨੁਕਸ ਕੱਢਦੇ ਹਾਂ। ਚਾਹੁੰਦੇ ਇਹ ਆ ਵੀ ਰਿਮੋਟ ਸਾਡਾ ਹੋਵੇ ਅਤੇ ਜਿਵੇਂ ਜਿਵੇਂ ਅਸੀਂ ਚਾਹੁੰਦੇ ਹਾਂ ਵੀ ਉਸ ਤਰੀਕੇ ਦੇ ਨਾਲ ਸਾਰੀ ਗਤੀਵਿਧੀ ਚੱਲੇ। ਇੱਦਾਂ ਕਦੇ ਹੁੰਦਾ ਨਹੀਂ ਅਤੇ ਇੱਦਾਂ ਕਦੇ ਹੋਣਾ ਵੀ ਨਹੀਂ। ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਲੰਘੇ ਕੱਲ ਹਰਿਆਣੇ ਦੇ ਵਿੱਚ ਪੰਜੀ ਦਾ ਭੌਣ ਕਿਸਾਨਾਂ ਨੇ ਫੇਰ ਦਿਖਾ ਦਿੱਤਾ। ਹਰਿਆਣੇ ਦੇ ਕਿਸਾਨਾਂ ਨੇ ਝੱਜਰ ਦੇ ਵਿੱਚ ਬੀਜੇਪੀ ਦੇ ਦਫ਼ਤਰ ਦਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ ਉਹਨੂੰ ਪੱਟਤਾ, ਕਿਉਂਕਿ ਉੱਥੋਂ ਦੇ ਬੀਜੇਪੀ ਦੇ ਪ੍ਰਧਾਨ ਆ ਜਿਹੜੇ ਹਰਿਆਣੇ ਦੇ OP ਧਨਖੜ, ਉਹ ਗਏ ਸੀ ਝੱਜਰ ਦੇ ਵਿੱਚ ਬੀਜੇਪੀ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ ਰੱਖਣ ਦੇ ਲਈ। ਉੱਥੇ ਪੂਰਾ ਤਾਮਝਾਮ ਕੀਤਾ ਹੋਇਆ, ਪਰ ਜਦੋਂ ਉਹ ਗਏ ਨਾਲ ਦੀ ਨਾਲ ਕਿਸਾਨ ਉੱਥੇ ਵੱਡੀ ਗਿਣਤੀ 'ਚ ਪਹੁੰਚ ਗਏ ਅਤੇ ਫਿਰ ਉਹਨਾਂ ਨੇ ਸਾਰਾ ਨੀਂਹ ਪੱਥਰ ਜਿਹੜਾ ਉਹ ਪੱਟਤਾ। ਉਹਨਾਂ ਨੇ ਸਾਰੀਆਂ ਇੱਟਾਂ ਉੱਟਾਂ ਪੱਟਤੀਆਂ। ਉਹ ਕਹਿੰਦੇ ਵੀ ਜੇਕਰ ਅਸੀਂ ਨਹੀਂ ਸੁਖੀ ਤਾਂ ਫਿਰ ਤੁਹਾਡੇ ਵੀ ਅਸੀਂ ਨਵੇਂ ਆਸ਼ਿਆਂ ਨੇ ਨਹੀਂ ਬਣ ਦਿੰਦੇ, ਜੇਕਰ ਸਾਡੇ ਤੰਬੂ ਉੱਡਦੇ ਤਾਂ। ਜੇਕਰ ਤੁਸੀਂ ਸਾਡੇ ਨਹੀਂ ਤਾਂ ਅਸੀਂ ਫਿਰ ਤੁਹਾਡੇ ਵੀ ਨਹੀਂ। ਸੋ ਇਸ ਗੱਲ ਦੇ ਉੱਤੇ ਅਨਿਲ ਵਿਜ ਕਾਫੀ ਭੜਕੇ ਆ। ਉਹ ਕਹਿੰਦੇ ਵੀ ਇਹ ਤਾਂ ਕਾਨੂੰਨ ਦੀ ਉਲੰਘਣਾ ਅਤੇ ਇਹ ਤਾਂ ਬਦਮਾਸ਼ੀ ਹੈ ਅਤੇ ਅਸੀਂ ਕਰਾਵਾਂਗੇ ਪਰਚੇ ਦਰਜ ਅਤੇ ਅਸੀਂ ਬਣਾਵਾਂਗੇ ਬੰਦੇ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ, ਪਰ ਬਾਅਦ ਦੇ ਵਿੱਚ ਪਰਚੇ ਰੱਦ ਕਰਨੇ ਪੈ ਗਏ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਤੇ ਭਾਜਪਾ ਨੇਤਾਵਾਂ ਦੇ ਵਿੱਚ ਰੋਸ ਵੱਧਦਾ ਜਾ ਰਿਹਾ। ਲੰਮੇ ਸਮੇਂ ਤੋਂ ਚੱਲ ਰਹੇ ਅੰਦੋਲਨ ਦੇ ਵਿਚਕਾਰ ਹੁਣ ਸਿੱਧੇ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਵਿੰਦਰ ਬਬਲੀ ਦਾ ਸਖਤ ਵਿਰੋਧ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ ਭਾਜਪਾ ਦਫ਼ਤਰ ਦਾ ਨੀਂਹ ਪੱਥਰ ਹੀ ਪੱਟ ਦਿੱਤਾ। ਝੱਜਰ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ OP ਧਨਖੜ ਪਾਰਟੀ ਦਫ਼ਤਰ ਦਾ ਨੀਂਹ ਪੱਥਰ ਰੱਖ ਕੇ ਅਜੇ ਰਵਾਨਾ ਹੀ ਹੋਏ ਸੀ ਕਿ ਕੁਝ ਸਮੇਂ ਬਾਅਦ ਉੱਥੇ ਕਿਸਾਨ ਪਹੁੰਚ ਗਏ ਅਤੇ ਪਾਰਟੀ ਦਫ਼ਤਰ ਦਾ ਨੀਂਹ ਪੱਥਰ ਪੱਟ ਦਿੱਤਾ। ਅਜਿਹੀ ਸਥਿਤੀ ਦੇ ਵਿੱਚ ਹੁਣ ਸਰਕਾਰ ਨੇ ਕਿਸਾਨਾਂ ਦੇ ਵਿਰੋਧਾਂ ਦੇ ਉੱਤੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਝੱਜਰ ਵਿੱਚ ਵਾਪਰੀ ਘਟਨਾ ਬਾਰੇ ਵੱਡਾ ਬਿਆਨ ਦਿੱਤਾ। ਵਿਜ ਨੇ ਕਿਹਾ ਕਿ ਕਾਨੂੰਨ ਮੁਤਾਬਕ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ FIR ਵੀ ਦਰਜ ਹੋਵੇਗੀ। ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਆਪਣਾ ਰਾਹ ਅਪਣਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਅਸੀਂ ਮੁੱਢ ਤੋਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਕਿਸਾਨਾਂ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ। ਜੇ ਕਿਸੇ ਵਿਧਾਇਕ ਦਾ ਕੁੱਟ ਕਟਾਪਾ ਹੁੰਦਾ ਅਸੀਂ ਉਹਦੇ ਹੱਕ ਦੇ ਵਿੱਚ ਨਹੀਂ। ਵਿਰੋਧ ਕਰਨਾ ਆਪਣਾ ਹੱਕ ਆ, ਪਰ ਹਿੰਸਕ ਵਰਤਾਰਾ ਨਹੀਂ ਅਪਣਾਉਣਾ ਚਾਹੀਦਾ, ਕਿਉਂਕਿ ਬਾਅਦ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਵਕਤ ਗੋਦੀ ਮੀਡੀਆ ਨਾਲ ਜੁੜੇ ਹੋਏ ਆ, ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਵੀ ਇਹ ਦੇਖੋ ਕਿਸਾਨ ਤੋਂ ਉਗਰ ਹੋ ਗਏ, ਕਿਸਾਨ तो थे ही ऐसे, हमने तो पहले ही बताया था, ये तो गुंडाबिरती के मालक हैं। ਉਹਨਾਂ ਦੇ ਜਿੰਨੇ ਮੂੰਹ ਉਨੀਆਂ ਗੱਲਾਂ ਕੁਹਾੜੇ ਨਾਲ ਮੂੰਹ ਪਾਟੇ, ਪਤਾ ਨਹੀਂ ਕਿਹੜੀ ਗੱਲ ਕਿਹੜੇ ਵੇਲੇ ਕਿਹੜਾ ਐਂਕਰ ਕਹਿ ਦੇਵੇ ਉਹਨਾਂ ਦਾ। ਇਸ ਕਰਕੇ ਗੱਲ ਇਹ ਹੈ ਵੀ ਕਿਸਾਨਾਂ ਨੂੰ ਸੋਚ ਸਮਝ ਕੇ ਚੱਲਣਾ ਵੀ ਚਾਹੀਦਾ ਅਤੇ ਚੱਲ ਵੀ ਰਹੇ ਆ। ਪਰ ਇਸ ਵਕਤ ਹਰਿਆਣੇ ਦੇ ਕਿਸਾਨ ਜਦੋਂ ਸਭ ਤੋਂ ਵੱਧ ਸਰਗਰਮ ਹੈ, UP ਅਤੇ ਪੰਜਾਬ ਦੇ ਕਿਸਾਨਾਂ ਤੋਂ ਵੀ ਵੱਧ ਉੱਥੋਂ ਦੇ ਕਿਸਾਨ ਸਰਗਰਮ ਹੈ, ਤਾਂ ਉਹਨਾਂ ਦੀ ਸਰਗਰਮੀ ਤੋਂ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਸਬਕ ਲੈਣਾ ਚਾਹੀਦਾ। ਅਸੀਂ ਪੰਜਾਬ ਦੇ ਲੋਕ ਹਾਂ ਜਿਹੜੇ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ।
ਵਿਦੇਸ਼ਾਂ ਦੇ ਵਿੱਚ ਬੈਠੇ ਭੈਣਾਂ ਵੀਰਾਂ ਨੇ ਹਰ ਤਰੀਕੇ ਦਾ ਬਹੁਤ ਵੱਡਾ ਯੋਗਦਾਨ ਪਾਇਆ। ਪਰ ਹੁਣ ਇਸ ਵਕਤ ਪੰਜਾਬ ਦੇ ਵਿੱਚ ਨੌਜਵਾਨ ਵਰਗ ਦਾ ਇੱਕ ਹਿੱਸਾ ਸਾਰੇ ਨਹੀਂ, ਤੇ ਬਾਕੀ ਜਿਹੜੇ ਆਪੇ ਬਣੇ ਵਿਦਵਾਨ ਆ ਉਹ ਸਿਰਫ ਰਾਇ ਦਿੰਦੇ ਆ। ਉਹ ਸਿਰਫ ਇਸ ਅੰਦੋਲਨ ਦੀ ਪੜਚੋਲ ਕਰਦੇ ਆ ਵੀ ਇਹਦੇ ਵਿੱਚ ਤਾਂ ਇਸ ਵਕਤ ਖਿੰਡਣ ਪੁੰਨਣ ਦੀ ਸਥਿਤੀ ਆਈ ਹੈ। ਇਹ ਤਾਂ ਜੀ ਜੇਕਰ ਇਉਂ ਹੁੰਦਾ ਤਾਂ ਫਿਰ ਇਉਂ ਹੋ ਜਾਣਾ ਸੀ, ਜੇ ਇਉਂ ਨਾ ਕਰਦੇ ਤਾਂ ਇਉਂ ਜ਼ਰੂਰ ਹੋ ਜਾਣਾ ਸੀ, ਜੇ ਉਹ ਨਾ ਵਿਕਦਾ ਤਾਂ ਆਹ ਜ਼ਰੂਰ ਹੋ ਜਾਣਾ ਸੀ। ਅੱਜ ਕੱਲ੍ਹ ਅਸੀਂ ਪੰਜਾਬੀਆਂ ਜਿਹੜੇ ਉਹ ਇਸ ਤਰੀਕੇ ਦੀਆਂ ਗੱਲਾਂ ਦੇ ਵਿੱਚ ਮਸਰੂਫ ਆ। ਹੋ ਸਕਦਾ ਕੁਝ ਕੁ ਦੀਆਂ ਗੱਲਾਂ ਸਹੀ ਵੀ ਹੋਣ, ਪਰ ਬਹੁ ਗਿਣਤੀ ਜਿਹੜੇ ਕਿ ਕਿਸੇ ਦੀ ਇੱਕ ਦੇਖ ਕੇ ਪੋਸਟ ਤੇ ਉਹਦੇ ਥੱਲੇ ਟਿੱਪਣੀ ਕਰਦੇ ਆ। ਬਿਲਕੁਲ ਬਾਈ ਜੀ, ਇਹ ਤਾਂ ਪਹਿਲਾਂ ਤੋਂ ਹੀ ਵਿਕੇ ਹੋਏ ਆ। ਬਾਈ ਜੀ ਇਹ ਤਾਂ ਸ਼ੁਰੂ ਤੋਂ ਹੀ ਵਿਕੇ ਸੀਗੇ। ਬਾਈ ਜੀ ਇਹਨਾਂ ਨੂੰ ਇਉਂ ਨਹੀਂ ਇਉਂ ਕਰ ਹੀ ਲੈਣਾ ਚਾਹੀਦਾ ਸੀ। ਬਾਈ ਜੀ ਤੁਸੀਂ ਤਾਂ ਨਾਈਸ ਆ, ਉਹਨਾਂ ਦਾ ਆਪਦਾ ਕੋਈ ਸਿਰ ਨਹੀਂ ਗਾ, ਉਹ ਕੁਛ ਵੀ ਕਹਿੰਦੇ ਆ। ਸੋ ਇਸ ਵਕਤ ਸਾਨੂੰ ਸਾਰੀਆਂ ਦੂਰੀਆਂ ਮਿਟਾ ਕੇ ਵੀ ਕੌਣ ਕੀ ਆ ਤੇ ਕੌਣ ਕੀ ਨਹੀਂ ਆ, ਤੇ ਕੌਣ ਗਦਾਰ ਆ ਤੇ ਕੌਣ ਯਾਰ ਆ, ਇਹਦੀ ਥਾਂ ਦੇ ਉੱਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ। ਜੇਕਰ ਅਸੀਂ ਉੱਥੇ ਕੁਝ ਕੁ ਕਿਸਾਨ ਹੀ ਬੈਠੇ ਹੋਵਾਂਗੇ ਬਾਰਡਰਾਂ ਦੇ ਉੱਤੇ, ਤਾਂ ਫਿਰ ਹਕੂਮਤ ਨੇ ਸਾਡੇ ਕੋਲੋਂ ਕਿਹੜੀ ਗੱਲੋਂ ਡਰਨਾ। ਉਹ ਤਾਂ ਉਦੋਂ ਡਰਦੇ ਸੀ ਜਦੋਂ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੇ ਸੀ। ਬਾਅਦ ਦੇ ਵਿੱਚ ਅਸੀਂ ਪਾਟੋ ਧਾੜ ਦੇ ਸ਼ਿਕਾਰ ਹੋਏ ਤੇ ਸਾਡੀਆਂ ਕਈ ਗਲਤੀਆਂ ਜਿਹੜੀਆਂ ਉਹਨਾਂ ਦਾ ਫਾਇਦਾ ਚੁੱਕਿਆ ਉਹਨਾਂ ਨੇ। ਤੇ ਹੁਣ ਅਸੀਂ ਕਿਸੇ ਨੂੰ ਮਾੜਾ ਕਹੀਏ ਤੇ ਕਿਸੇ ਨੂੰ ਚੰਗਾ ਕਹੀਏ, ਉਹ ਮਰਜ਼ੀ ਹੈ। ਪਰ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਦੀ ਸਿਫਤ ਕਰੋ, ਉਹਨਾਂ ਨੂੰ ਸ਼ਾਬਾਸ਼ ਦਿਓ, ਉਹਨਾਂ ਦੀ ਹੌਸਲਾ ਅਫਜ਼ਾਈ ਕਰੋ। ਤੇ ਨਹੀਂ ਤਾਂ ਇਹ ਦੱਸੋ ਵੀ 7 ਮਹੀਨੇ ਹੋਣ ਵਾਲੇ ਆ, 26 ਜੂਨ ਨੂੰ 7 ਮਹੀਨੇ ਹੋ ਜਾਣੇ ਆ। ਕਿਹੜਾ ਮਾਈ ਦਾ ਲਾਲ ਐਸਾ ਵੀ ਜਿਹੜਾ 5 ਸਟਾਰ ਜਾਂ 7 ਸਟਾਰ ਹੋਟਲ ਦੇ ਵਿੱਚ ਵੀ 7 ਮਹੀਨੇ ਲਗਾਤਾਰ ਬੈਠਾ ਰਵੇ, ਇਹ ਗੱਲ ਕਵੇ ਨਾ ਕਿ ਮੈਂ ਘਰੇ ਜਾਣਾ। ਉੱਥੇ ਬੈਠੇ ਬਜ਼ੁਰਗ ਇਹ ਗੱਲ ਕਹਿੰਦੇ ਆ ਵੀ ਸਾਨੂੰ 7 ਮਹੀਨੇ ਪੂਰੇ ਹੋ ਗਏ ਆ, ਸਾਨੂੰ 6.5 ਮਹੀਨੇ ਪੂਰੇ ਹੋ ਚੱਲੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਸਾਨੂੰ 30 ਦਿਨ ਪੂਰੇ ਹੋ ਗਏ ਆ, ਸਾਨੂੰ ਮਹੀਨਾ ਪੂਰਾ ਹੋ ਗਿਆ, ਸਾਨੂੰ 4 ਮਹੀਨੇ ਪੂਰੇ ਹੋ ਗਏ ਆ। ਹੁਣ ਉਹ ਕਹਿੰਦੇ ਜੀ ਸਾਨੂੰ 6.5 ਮਹੀਨੇ ਪੂਰੇ ਹੋ ਗਏ ਆ, ਅਸੀਂ ਪਿੰਡ ਨਹੀਂ ਗਏ। ਤੇ ਜਿਹੜੇ ਸਾਡੇ ਆਪਣੇ ਪਰਿਵਾਰਕ ਜੀ ਆ ਉਹ ਸਾਨੂੰ ਬਾਰਡਰ ਦੇ ਉੱਤੇ ਆ ਕੇ ਮਿਲ ਜਾਂਦੇ ਆ। ਇਹ ਕੋਈ ਯੋਧਾ ਨਾਲੋਂ ਘੱਟ ਗੱਲ ਆ। ਇਹ ਛੋਟੇ ਸੂਰਮੇ ਕਿਤੇ, ਇਹ ਬਹੁਤ ਵੱਡੇ ਸੂਰਮੇ ਆ। ਇਹਨਾਂ ਦਾ ਸਾਥ ਦੇਣਾ ਚਾਹੀਦਾ, ਇਹਨਾਂ ਦੇ ਵਿੱਚ ਨੁਕਸ ਨਹੀਂ ਕੱਢਣੇ ਚਾਹੀਦੇ। 16 ਤਰੀਕ ਨੂੰ ਯਾਨੀ ਕਿ ਭਲਕੇ ਸਵੇਰੇ 10 ਵਜੇ ਮੋਹਾਲੀ ਦੇ ਵਿੱਚ ਫੇਸ 8 ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ SIT ਦੇ ਵੱਲੋਂ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਉਹਨਾਂ ਨੇ ਆਪਣੇ ਸਿਹਤ ਕਾਰਨਾਂ ਦੇ ਕਰਕੇ ਇਨਕਾਰ ਕਰ ਦਿੱਤਾ। ਨਿਯਮ ਇਹ ਆ ਵੀ ਜੇਕਰ ਕਿਸੇ ਦੀ ਉਮਰ 65 ਸਾਲ ਤੋਂ ਵੱਧ ਆ ਤਾਂ SIT ਜ਼ਬਰਦਸਤੀ ਬੁਲਾ ਨਹੀਂ ਸਕਦੀ। SIT ਦੇ ਮੈਂਬਰ ਉਸ ਵਿਅਕਤੀ ਦੇ ਘਰ ਦੇ ਵਿੱਚ ਜਾ ਕੇ ਵੀ ਪੜਤਾਲ ਕਰ ਸਕਦੇ ਆ। ਇਹ ਵਕਤ ਦੱਸੂਗਾ ਵੀ ਭਾਈ ਜਾਂਦੇ SIT ਦੇ ਮੈਂਬਰ ਵੱਡੇ ਬਾਦਲ ਸਾਹਿਬ ਨੂੰ ਮਿਲਣ ਕਿ ਨਹੀਂ। ਪਰ ਜਿਹੜੀ ਜਾਣਕਾਰੀ ਆਈ ਆ ਉਹ ਹੈਗੀ ਬਲਜੀਤ ਸਿੰਘ ਦਾਦੂਵਾਲ ਦੇ ਹਵਾਲੇ ਨਾਲ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ 10 ਦਿਨ ਦੇ ਅੰਦਰ ਅੰਦਰ ਪ੍ਰਕਾਸ਼ ਸਿੰਘ ਬਾਦਲ SIT ਦੇ ਮੂਹਰੇ ਪੇਸ਼ ਨਹੀਂ ਹੁੰਦੇ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ। ਕੀ ਪ੍ਰਦਰਸ਼ਨ ਕਰਨ ਦੇ ਨਾਲ ਮਸਲੇ ਹੱਲ ਹੋਣਗੇ? ਕੀ ਇਹ ਗੱਲ ਸਿਆਸਤ ਤੋਂ ਪ੍ਰੇਰਿਤ ਹੈ? ਕੀ ਇਹਦੇ ਪਿੱਛੇ ਸਿਰਫ ਤੇ ਸਿਰਫ ਭਾਵਨਾ ਇਹ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਮਿਲੇ? ਇਹ ਲੋਕਾਂ ਦੀ ਆਪਣੀ ਸੋਚ ਸਮਝ ਦਾ ਵਿਸ਼ਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਪੁੱਛਗਿੱਛ ਵਾਸਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੇ ਸੰਮਨਾਂ ਦੇ ਜਵਾਬ ਦੇ ਵਿੱਚ ਬਾਦਲ ਨੇ ਸਿਹਤ ਖਰਾਬ ਹੋਣ ਦੇ ਬਹਾਨੇ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ, ਜੋ ਮੰਦਭਾਗਾ ਹੈ। ਅਗਲੇ 10 ਦਿਨਾਂ ਦੇ ਵਿੱਚ SIT ਦੇ ਸਾਹਮਣੇ ਪੇਸ਼ ਨਾ ਹੋਣ ਤੇ ਸਿੱਖ ਜਥੇਬੰਦੀਆਂ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ। ਉਹਨਾਂ ਨੇ ਪੁੱਛਿਆ ਕਿ ਪਿਛਲੇ ਦਿਨੀ ਬਸਪਾ ਸੁਪਰੀਮੋ ਮਾਇਆਵਤੀ ਨਾਲ ਗੱਲਬਾਤ ਦੌਰਾਨ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ SIT ਸਾਹਮਣੇ ਪੇਸ਼ ਹੋਣ ਦੇ ਨਾਂ ਤੇ ਸਿਹਤ ਕਿਵੇਂ ਖਰਾਬ ਹੋਣ ਦੀ ਗੱਲ ਕਰ ਸਕਦੇ ਨੇ। ਦਾਦੂਵਾਲ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਾਬਕਾ ਮੁੱਖ ਮੰਤਰੀ ਸਿੱਟ ਦਾ ਸਹਿਯੋਗ ਕਰਦਿਆਂ ਇਸ ਜਾਂਚ ਦੇ ਵਿੱਚ ਸ਼ਾਮਲ ਹੁੰਦੇ, ਪਰ ਉਹਨਾਂ ਵੱਲੋਂ ਕੀਤਾ ਗਿਆ ਇਨਕਾਰ ਇਸ ਗੱਲ ਦਾ ਅਹਿਸਾਸ ਕਰਾਉਂਦਾ ਕਿ ਉਹ ਸਹਿਯੋਗ ਦੇ ਮੂਡ ਦੇ ਵਿੱਚ ਨਹੀਂ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੱਗਦਾ ਵੀ ਇਹ ਸੀ ਤੇ ਹੋਇਆ ਵੀ ਉਵੇਂ ਹੀ ਆ ਵੀ ਹੌਲੀ ਹੌਲੀ ਚੋਣਾਂ ਤੱਕ ਇਹ ਜਿਹੜਾ SIT ਆ ਜਾਂ ਇਸ ਬੇਅਦਬੀ ਦੇ ਮਾਮਲੇ ਦੇ ਵਿੱਚ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਜੋ ਕਾਰਵਾਈ ਹੋਣੀ ਆ ਇਹ ਚੋਣਾਂ ਤੱਕ ਖਿੱਚ ਕੇ ਲਿਆਂਦੀ ਜਾਣੀ ਆ, ਤੇ ਬਿਲਕੁਲ ਉਸੇ ਰੂਪ ਦੇ ਵਿੱਚ ਹੋਇਆ। ਅੱਜ ਵੱਡੇ ਬਾਦਲ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਵੀ ਉਹ ਪੇਸ਼ ਹੋਣ। ਕੱਲ੍ਹ ਨੂੰ ਖਬਰ ਇਹ ਵੀ ਆ ਸਕਦੀ ਹੈ ਜੀ ਕਿ SIT ਦੇ ਮੈਂਬਰ ਖੁਦ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਕਰਕੇ ਆਏ ਆ, ਜਾਂ ਫਿਰ ਅਗਲੀ ਤਰੀਕ ਵੀ ਮਿਲ ਸਕਦੀ ਆ। ਪਰ ਇਸ ਮਾਮਲੇ ਦੇ ਉੱਤੇ SIT ਦੇ ਮਾਮਲੇ ਦੇ ਉੱਤੇ ਜਾਂ ਬੇਅਦਬੀ ਦੇ ਮਾਮਲੇ ਤੇ ਗੋਲੀ ਕਾਂਡ ਦੇ ਮਾਮਲੇ ਤੇ ਰਾਜਨੀਤੀ ਹੋ ਰਹੀ ਹੈ ਤੇ ਅਗਲੀ ਰਾਜਨੀਤੀ ਹੋਣੀ ਵੀ ਹੈ। ਮੈਨੂੰ ਇੱਕ ਨੇਤਾ ਨੇ ਗੱਲ ਕਹੀ, ਉਹ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਤੱਕ ਦਰਜਨਾਂ ਚੋਣਾਂ ਲੜੀਆਂ ਗਈਆਂ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ, ਇਹ ਗੱਲ ਕਹੀ ਗਈ ਜੀ ਕਿ ਚੰਡੀਗੜ੍ਹ ਪੰਜਾਬ ਦਾ ਹੋ ਕੇ ਰਹੂਗਾ। SYL ਆ ਜਿਹੜੀ ਉਸ ਮਾਮਲੇ ਦੇ ਉੱਤੇ ਚੋਣਾਂ ਲੜੀਆਂ ਜਾਂਦੀਆਂ, ਪਾਣੀ ਕਿਤੇ ਹੋਰ ਜਾਣ ਨਹੀਂ ਦੇਵਾਂਗੇ। ਬਿਲਕੁਲ ਬੇਅਦਬੀ ਦਾ ਮਾਮਲਾ ਉਸੇ ਰੂਪ ਦੇ ਵਿੱਚ ਹੈ। ਇਹ ਇੱਕ ਮੁੱਦਾ ਬਣਾ ਕੇ ਰੱਖ ਦਿੱਤਾ ਗਿਆ। ਇਹ ਕਈ ਚੋਣਾਂ ਇਸ ਮਾਮਲੇ ਦੇ ਉੱਤੇ ਲੜਨੀਆਂ ਤੇ ਕਈਆਂ ਨੇ ਜਿੱਤਣੀਆਂ। ਇਸ ਮਾਮਲੇ ਦੇ ਵਿੱਚ ਸੁਹਿਰਦਤਾ ਦੀ ਘਾਟ ਆ ਉਹ ਸੱਜਣ ਦੇ ਕਹਿਣ ਦੇ ਮੁਤਾਬਕ, ਤੇ ਪ੍ਰਤੀਤ ਵੀ ਇਹੀ ਕੁਝ ਹੁੰਦਾ।
ਪੰਜਾਬ ਦੇ ਲੋਕ ਭੋਲੇਪਣ ਦੇ ਵਿੱਚ ਕਦੇ ਕਿਹਦੇ ਪਿੱਛੇ ਲੱਗ ਜਾਂਦੇ ਆ, ਕਦੇ ਕਿਹਦੇ ਪਿੱਛੇ ਲੱਗ ਜਾਂਦੇ ਆ, ਪਰ ਉਹ ਆਪ ਵੀ ਲੁੱਟੇ ਗਏ ਆ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਵੀ ਸਾਡਾ ਕੀ ਕੀ ਨੁਕਸਾਨ ਹੋਇਆ। ਸੋ ਬੇਅਦਬੀ ਦੇ ਮਾਮਲੇ ਦੇ ਉੱਤੇ ਇਨਸਾਫ ਜੇਕਰ ਵੇਲੇ ਸਿਰ ਮਿਲਦਾ ਤਾਂ ਲੋਕਾਂ ਨੂੰ ਸੰਤੁਸ਼ਟੀ ਹੁੰਦੀ। ਹੁਣ ਇੱਕ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਗਿਆ, ਉਧਰੋਂ ਇਉਂ ਹੋਊਗਾ, ਇੱਧਰੋਂ ਇਉਂ ਹੋਊਗਾ, ਉਹਦੀ ਪੜਤਾਲ ਹੋ ਜੂ, ਉਧਰੋਂ ਇਉਂ ਹੋ ਜੂ। ਜੇਕਰ ਇਉਂ ਹੀ ਕਰਨਾ ਤਾਂ ਫਿਰ ਪਹਿਲਾਂ ਤੋਂ ਵੀ ਚੱਲਿਆ ਆਉਂਦਾ ਸੀ, ਫਿਰ ਇਸ ਮਾਮਲੇ ਨੂੰ ਤੂਲ ਦੇਣ ਦੀ ਕੀ ਲੋੜ ਆ। ਸੋ ਲੋਕਾਂ ਨੇ ਮਨ ਦੀਆਂ ਗੱਲਾਂ, ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਕੋਈ ਵੀ ਨਹੀਂ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।